नहीं पढ़िया। मूर्ख मुगदा जन्म पया। प्रणवत नानक तिन की शरण। जिन तू नाही विसरिया। जिहवा एक होए लख कोटि। लख कोटै कोट ध्यावै गो। सहस फनी जपियो शेख नागै। हर जपतियां अंत न पावै गो। चेता जियो पिंड सब तेरा। तू अंतर जामी पुरख भगवान। दासन दास कहे जन नानक। जेहा तू कराए तेहा हों करी वखिया। दासन दास कहे जन नानक। जेहा तू कराए तेहा हों करी वखिया। परम पूजिए पात वालिए आलम हजूरे अनवर शाही शहनशाह छतर चबर तख्त दे मालिक। रूहानियत दे मुजस्समे कल युग दे बोहित। जुगो जुग अटल साहिब श्री गुरु ग्रंथ साहिब जी दी पावन पवित्र हजूरी विच सतगुरां दे महान पावन पवित्र इतिहासक अस्थान गुरुद्वारा पिपली साहिब विखे शामां दे विशेष दीवान विच सजी होई गुरु प्यार वाली गुरु स्वरूप साध संगत जी। आप जी वडभागी हो, धनता दे योग हो। शहर दियां समुचियां संगतां कमेटियां दे सहयोग दे नाल श्री दरबार साहिब वल्लों धन धन रामदास गुर जिन सिरिया तिने सवारिया। पूरी होई करामात आप सिरजन हारै धारिया। धन धन साहिब श्री गुरु रामदास पातशाह जी दे प्रकाश पुरब नूं मनाउण दे वास्ते उलीके होए प्रोग्रामां दे अनुसार अज दे इस पावन समागम विच सज के गुरु प्यार विच भिज के गुरु की साजी निवाजी साध संगत जी आप हाजरियां लवा के सतगुरां दियां असीसां प्राप्त कर रहे हो। श्री दरबार साहिब जी दे महान कीर्तनीय भाई जगतार सिंह जी हजूरी रागी उन्हां ने आप जी नूं
ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੇ ਵਾਸਤੇ ਮਹਾਨ ਉਪਰਾਲਾ ਕੀਤਾ ਹੈ। ਪ੍ਰਬੰਧਕਾਂ ਨੇ ਬੜੇ ਪਿਆਰ ਵਿੱਚ, ਬੜੀ ਸੋਚ ਦੇ ਵਿੱਚ ਜੋ ਵਿਸ਼ੇ ਸਿਲੈਕਟ ਕੀਤੇ ਨੇ, ਅੱਜ ਦੇ ਵਿਸ਼ੇ ਬਾਰੇ ਆਪ ਜੀ ਹੁਣੇ ਸਰਵਣ ਕਰ ਰਹੇ ਸੀ। ਮੈਂ ਮੂਰਖ ਕੀ ਗਤ ਕੀਜੈ ਮੇਰੇ RAM, ਗੁਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੌੜੀ ਗਵਾਰੇਰੀ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਆਓ ਇਸ ਤੇ ਕੁਝ ਸਮਾਂ ਵਿਚਾਰ ਕਰਨ ਦੇ ਲਈ ਜੋ ਸਤਿਗੁਰਾਂ ਨੇ ਤੁਸ਼ ਬੁੱਧੀ ਬਖਸ਼ਿਸ਼ ਕੀਤੀ ਹੈ ਉਹਦੇ ਅਨੁਸਾਰ ਯਤਨ ਕਰਾਂਗਾ। ਆਓ ਪਿਆਰ ਵਿੱਚ ਭਿੱਜ ਕੇ ਸਮੂਹ ਸੰਗਤ ਮਾਈ ਭਾਈ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਪੰਗਤੀ ਬਖਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਨਾ ਕੋਈ ਮੂਰਖ ਹੈ ਨਾ ਸਿਆਣਾ ਹੈ, ਇਹ ਉਸ ਮਾਲਕ ਦੇ ਭਾਣੇ, ਮਾਲਕ ਦੇ ਭੈ ਵਿੱਚ, ਮਾਲਕ ਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਵਰਤ ਰਹੀ ਹੈ। ਜਿਸ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਸਤਿਗੁਰਾਂ ਨੇ ਕਿਤਨੀ ਨਿਮਰਤਾ ਵਿੱਚ ਆ ਕੇ, ਕਿਤਨੀ ਅਧੀਨਗੀ ਵਿੱਚ ਆ ਕੇ ਇਹ ਪਾਵਨ ਪਵਿੱਤਰ ਬਚਨ ਆਪਣੇ ਸੰਬੰਧੀ ਉਚਾਰਨ ਕਰ ਦਿੱਤਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ। ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਬਚਨ ਕਹੇ ਨੇ, ਹਮ ਦਾਸਨ ਦਾਸ ਕੀਜੈ ਪਨਹਾਰੀ, ਕਿ ਐ ਮੇਰੇ ਮਾਲਿਕ ਮੈਨੂੰ ਦਾਸਾਂ ਦੇ ਦਾਸ ਬਣਾ ਲੈ ਔਰ ਮੈਨੂੰ ਸਾਰਿਆਂ ਦੀ ਪਾਣੀ ਭਰਨ ਵਾਲਾ ਬਣਾ ਦੇ। ਇਤਨੀ ਨਿਮਰਤਾ ਹੈ। ਇੱਥੇ ਵੀ ਸਤਿਗੁਰੂ ਪਾਤਸ਼ਾਹ ਮੈਂ ਮੂਰਖ ਕੀ ਗਤ ਕੀਜੈ ਮੇਰੇ RAM, RAM ਪਰਮਾਤਮਾ ਨੂੰ, ਪਰਮੇਸ਼ਰ ਨੂੰ ਸੰਬੋਧਨ ਵਾਚਕ ਸ਼ਬਦ ਹੈ। ਵਿਆਕਰਨ ਨੇ ਇਸ ਨੂੰ ਸੰਬੋਧਨ ਵਾਚਕ ਸ਼ਬਦ ਕਿਹਾ ਹੈ। ਸੰਬੋਧਨ ਹੋ ਕੇ ਉਚਾਰਨ ਕੀਤਾ, ਐ ਮੇਰੇ ਮਾਲਿਕ, ਐ ਮੇਰੇ RAM, ਐ ਮੇਰੇ ਪਰਮਾਤਮਾ, ਮੇਰੇ ਪ੍ਰਭੂ ਸੁਆਮੀ, ਮੈਂ ਮੂਰਖ ਹਾਂ, ਮੈਂ ਬੇਸਮਝ ਹਾਂ। ਇਹ ਮੂਰਖ ਉਹ ਨਹੀਂ ਹੈ ਜਿਸ ਨੂੰ ਅਸੀਂ ਆਮ ਦੁਨੀਆ ਦੇ ਵਿੱਚ ਵਿਚਰਦੇ ਲੋਕਾਂ ਦੇ ਬਾਰੇ ਵਿੱਚ ਕਹਿੰਦੇ। ਕਿਹੜਾ ਮੂਰਖ? ਮੂਰਖ ਮੁਗਧ ਅਹੰਕਾਰੇ ਮਰਨ। ਜਿਹੜਾ ਮੂਰਖ ਹੈ, ਮੁਗਧ ਹੈ। ਮੁਗਧ ਕਹਿੰਦੇ ਮੂਰਖਾਂ ਤੋਂ ਵੀ ਮੂਰਖ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੈ ਨਾਹੀ ਨਾਉ। ਉਹ ਮੂਰਖਾਂ ਤੋਂ ਵੀ ਮੂਰਖ ਹੈ ਜਿਹੜਾ ਪਰਮਾਤਮਾ ਦੇ ਉਪਦੇਸ਼ ਨੂੰ ਨਹੀਂ ਮੰਨਦਾ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦਾ, ਉਸ ਨੂੰ ਅਸੀਂ ਮੂਰਖ ਕਹਿੰਦੇ ਹਾਂ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਕਿਤਨਾ ਆਪਣੇ ਗੁਰਦੇਵ ਪਾਤਸ਼ਾਹ ਦੇ ਹੁਕਮ ਦੇ ਵਿੱਚ ਵਿਚਰਦੇ ਨੇ, ਕਿਤਨਾ ਆਪਾਂ ਗੁਰੂ ਨੂੰ ਸਮਰਪਿਤ ਕੀਤਾ ਹੈ। ਜੇ ਸੰਸਾਰਿਕ ਬਿਰਤੀ ਦੇ ਵੱਲ ਅਸੀਂ ਤੱਕਦੇ ਹਾਂ ਤੇ ਕੇਵਲ 7 ਸਾਲ ਦੀ ਅਵਸਥਾ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੂਨਾ ਮੰਡੀ ਲਾਹੌਰ ਦੇ ਵਿੱਚ, ਕਈ ਇਤਿਹਾਸਕਾਰਾਂ ਨੇ ਚੂਨੀ ਮੰਡੀ ਵੀ ਕਿਹਾ। ਖੈਰ, ਭਾਈ ਹਰਦਾਸ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ 1591 ਬਿਕਰਮੀ ਸੰਮਤ ਔਰ 1534 ਈਸਵੀ ਸੰਮਤ
ਅਵਤਾਰ ਧਾਰਨ ਕੀਤਾ, ਸੰਸਾਰ ਦੇ ਉੱਤੇ ਆਏ ਨੇ ਤੇ ਕੇਵਲ 7 ਸਾਲ ਦੀ ਅਵਸਥਾ ਹੈ। ਜਿਸ ਸਮੇਂ ਨਾ ਮਾਤਾ ਰਹੀ ਨਾ ਪਿਤਾ ਰਿਹਾ। ਇੱਕ ਇਤਿਹਾਸਕਾਰ ਨੇ ਬੜੇ ਸੁੰਦਰ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਉਹ ਕਹਿੰਦੇ ਜਦੋਂ ਕਿਸੇ ਕੋਲ ਰੁਜ਼ਗਾਰ ਨਾ ਰਵੇ, ਆਮ ਆਪਾਂ ਦੇਖਦੇ ਹਾਂ ਘਰ ਵਿੱਚ ਰੁਜ਼ਗਾਰ ਨਾ ਹੋਵੇ, ਕਰਜ਼ਦਾਰ ਹੋਈਏ ਤੇ ਬੜੀ ਜ਼ਿੱਲਤ ਦੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਦਰ ਪੇ ਕਰਜ਼ਦਗਾਰ ਖਰੇ ਦੇ ਤਗਾਰ। ਕਰਜ਼ਾ ਜਿਸਨੇ ਲੈਣਾ ਹੁੰਦਾ ਨੇ ਦਰ ਤੇ ਆ ਕੇ ਉਹ ਬੜੀ ਮੰਦੀ ਭਾਸ਼ਾ ਬੋਲਦੇ ਨੇ। ਪਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਦੇ ਰੂਪ ਵਿੱਚ ਨੇ ਤੇ 7 ਸਾਲ ਦੀ ਉਮਰ ਵਿੱਚ ਆਪਣੀ ਕਿਰਤ ਕਰਨੀ ਆਰੰਭ ਕਰ ਦਿੱਤੀ। ਭਾਵੇਂ ਘੁੰਗਣੀਆਂ ਵੇਚ ਕੇ ਆਪ ਔਰ ਆਪਣੇ ਇਹ 3 ਭਾਈ ਭੈਣਾਂ ਤੇ ਭਾਈ ਨੇ। ਇੱਕ ਭੈਣ ਹੈ, 2 ਭਾਈ ਨੇ। ਇੱਕ ਨਾਨੀ ਹੈ ਜਿਸ ਦੇ ਪਾਸ ਆ ਕੇ ਬਾਸਰਕੇ ਦੇ ਵਿੱਚ ਰਹਿੰਦੇ ਨੇ। ਆਪ ਕਿਰਤ ਕਰਕੇ ਉਹਨਾਂ ਦਾ ਵੀ ਪਾਲਣਾ ਕਰਦੇ ਤੇ ਆਪਣੀ ਵੀ ਪਾਲਣਾ ਕਰਦੇ। ਕਿਤਨੇ ਸਿਆਣੇ ਨੇ। ਇੱਥੇ ਜੋ ਸਤਿਗੁਰੂ ਪਾਤਸ਼ਾਹ ਨੇ ਮੂਰਖ ਸ਼ਬਦ ਵਰਤਿਆ ਹੈ ਨਾ, ਕਹਿਣ ਲੱਗੇ ਐ ਮੇਰੇ ਦਾਤਾਰ ਮੇਰੇ ਸੁਆਮੀ ਸਾਹਿਬ ਜੀ, ਮੈਨੂੰ ਆਤਮਿਕ ਸੋਝੀ ਨਹੀਂ ਹੈ, ਮੈਨੂੰ ਆਪ ਵਿਵੇਕ ਨਹੀਂ ਹੈ, ਮੈਂ ਆਪਣੇ ਆਪ ਕਿਸੇ ਪ੍ਰਕਾਰ ਕੋਈ ਧਾਰਮਿਕ ਅਵਸਥਾ ਦਾ ਮਾਲਕ ਨਹੀਂ ਹਾਂ, ਬੇਸਮਝ ਹਾਂ। ਤੇ ਤੁਸੀਂ ਤੇ ਕਿਰਪਾ ਕਰਨ ਵਾਲੇ ਹੋ ਨਾ। ਦਰਅਸਲ ਸਿੱਖ ਜਦੋਂ ਜੋਦੜੀ ਕਰਦਾ, ਬੇਨਤੀ ਕਰਦਾ, ਅਰਦਾਸ ਕਰਦਾ, ਨਿਮਰਤਾ ਵਿੱਚ ਆ ਕੇ ਜਦੋਂ ਗੁਰੂ ਦੇ ਹਜ਼ੂਰ ਬੇਨਤੀ ਕਰਦਾ ਹੈ ਨਾ, ਤੇ ਗੁਰੂ ਉਸ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਂਦਾ, ਸੁਣ ਲੈਂਦਾ। ਨਿਮਰਤਾ ਵਿੱਚ ਕੀਤੀ ਬੇਨਤੀ ਦਾਤਾਰ ਪਾਤਸ਼ਾਹ ਜੀ ਸਰਵਣ ਕਰਦੇ ਨੇ। ਸਾਹਿਬੇ ਆਲਮ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਉਹ ਕਹਿੰਦੇ ਨੇ ਕੀਤੀ ਕਿ ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ, ਹਾਥੀ ਕੀ ਪੁਕਾਰ ਪਲ ਮਦ ਪਿੱਛੇ ਪਹੁੰਚ ਤਤਾਹਾਂ, ਕੀਤੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ। ਇਹ ਕੀਤੀ ਨਿਮਰਤਾ ਹੈ, ਗਰੀਬੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਆਤਮਿਕ ਸੋਝੀ ਨਹੀਂ, ਮੈਨੂੰ ਆਤਮਿਕ ਗਿਆਨ ਨਹੀਂ ਹੈ, ਵਿਵੇਕ ਬੁੱਧ ਨਹੀਂ ਹੈ। ਤੇ ਆਪ ਜੀ ਤੇ ਕਿਰਪਾ ਕਰਨ ਵਾਲੇ ਹੋ ਨਾ, ਆਪ ਜੀ ਤੇ ਨਿਮਾਣਿਆਂ ਦੇ ਮਾਣ ਹੋ ਨਾ, ਨਿਤਾਣਿਆਂ ਦੇ ਤਾਣ ਹੋ, ਨਿਗੱਤਿਆਂ ਦੀ ਗੱਤ ਹੋ, ਤੇ ਮੇਰੀ ਵੀ ਤੇ ਗੱਤ ਕਰੋ ਨਾ। ਕਿਉਂਕਿ ਆਪ ਜੀ ਦਾ ਤਖੱਲਸ ਹੈ। ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਆਸਰਿਆਂ ਦੇ ਆਸਰੇ। ਤੇ ਪਾਤਸ਼ਾਹ ਮੇਰੀ ਵੀ ਗੱਤ ਕਰੋ। ਗੱਤ ਨਾਮ ਮੋਕਸ਼ ਦਾ ਹੈ, ਗੱਤ ਨਾਮ ਮੁਕਤੀ ਦਾ ਹੈ, ਗੱਤ ਨਾਮ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਹੈ। ਗੱਤ ਸ਼ਬਦ ਦੇ ਵਿਚਾਰ ਕਰੀਏ ਨਾ ਤੇ ਤਕਰੀਬਨ 14-15 ਅਰਥ ਗੱਤ ਸ਼ਬਦ ਦੇ ਬਣ ਜਾਂਦੇ ਨੇ। ਪਰ ਇੱਥੇ ਸਤਿਗੁਰੂ ਪਾਤਸ਼ਾਹ ਨੇ ਗੱਤ ਮੋਕਸ਼ ਦੀ ਗੱਲ ਕੀਤੀ, ਮੁਕਤੀ ਦੀ ਗੱਲ ਕੀਤੀ ਹੈ। ਕਿਹੜੀ ਮੁਕਤੀ? ਉਹ ਮੁਕਤੀ ਨਹੀਂ ਜਿਸ ਮੁਕਤੀ ਵਾਸਤੇ ਜੋਗੀ ਜੋਗ ਸਾਧੇ, ਜੋਗ ਸਾਧਨਾ ਕਤੇਕ ਬਾਧੇ। ਜੋਗੀ ਜੋਗ ਸਾਧਨਾ ਕਰਦੇ ਨੇ, ਅਨੇਕ ਪ੍ਰਕਾਰ ਦੇ ਤਪ ਕਰਦੇ ਨੇ, ਧੂਣੀਆਂ ਤਪਾਉਂਦੇ ਨੇ, ਪੁੱਠੇ ਲਟਕਦੇ ਨੇ ਕਿ ਮੁਕਤੀ ਦੀ ਪ੍ਰਾਪਤੀ ਹੋ ਜਾਏ। ਐਸੀ ਮੁਕਤੀ ਨੂੰ ਤੇ ਸਤਿਗੁਰਾਂ ਨੇ ਖੰਡਨ ਕਰ ਦਿੱਤਾ। ਮੁਕਤ ਬੱਪੜੀ ਭੀ ਗਿਆਨੀ ਤਿਆਗੇ। ਗਿਆਨੀ ਜੋ ਆਤਮਿਕ ਗਿਆਨੀ ਹੈ ਨਾ, ਉਹ ਮੁਕਤੀ ਤਿਆਗ ਦਿੰਦਾ ਹੈ। ਰਾਜ ਨ ਚਾਹੂੰ ਮੁਕਤ ਨ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਰਾਜ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦੀ। ਕੀ ਚਾਹੀਦਾ ਹੈ ਤੈਨੂੰ? ਐ ਮੇਰੇ ਮਾਲਕ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ। ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਤੇਰੇ ਚਰਨਾਂ ਨਾਲ ਪ੍ਰੀਤ ਬਣ ਜਾਏ ਤੇ ਮੇਰੇ ਬੰਧਨਾਂ ਤੋਂ ਮੈਨੂੰ ਮੁਕਤੀ ਮਿਲ ਜਾਏ। ਉਹ ਕਿਹੜੇ ਬੰਧਨ ਨੇ?
ਜਿਹੜੇ ਮੇਰੇ ਸਾਹਿਬ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰਨਾਰ, ਬੰਧਨ ਮਾਤ ਪਿਤਾ ਸੁਤ ਧੀਆ, ਗ੍ਰਹਿ ਬਨਤਾ ਕਛ ਸੰਗ ਨਾ ਲੀਆ। ਬੰਧਨ ਨੇ ਇਹ ਕਦੋਂ ਬੰਧਨ ਬਣਦੇ ਨੇ? ਵੈਸੇ ਸਤਿਗੁਰੂ ਪਾਤਸ਼ਾਹ ਜੀ ਤਾਂ ਕਹਿੰਦੇ ਨੇ ਹਸੰਦਿਆਂ ਪਹਿਨੰਦਿਆਂ ਖੇਲੰਦਿਆਂ ਵਿਚੈ ਹੋਵੇ ਮੁਕਤ, ਕਿ ਹੱਸਦਿਆਂ ਖੇਡਦਿਆਂ ਪਰਿਵਾਰ ਵਿੱਚ ਰਹਿੰਦਿਆਂ ਕਾਰੋਬਾਰ ਕਰਦਿਆਂ ਹੋਇਆਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਵੈਸੇ ਨਾ ਮੁਕਤੀ ਵੀ ਵਿਦਵਾਨਾਂ ਨੇ ਵੱਖ-ਵੱਖ ਆਪਣੇ ਢੰਗਾਂ ਦੇ ਨਾਲ ਕਹੀ ਹੈ। ਇੱਕ 3 ਪ੍ਰਕਾਰ ਦੀ ਮੁਕਤੀ ਹੁੰਦੀ ਹੈ। ਇੱਕ ਹੈ ਜੀਵਨ ਮੁਕਤ, ਦੂਸਰਾ ਹੈ ਵਿਦੇਹ ਮੁਕਤ ਤੇ ਤੀਸਰਾ ਹੈ ਨਿਤ ਮੁਕਤ। ਜੀਵਨ ਮੁਕਤ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ, ਜਿਵੇਂ ਸਾਨੂੰ ਜੀਵਨ ਮਿਲਿਆ ਹੈ ਨਾ, ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ। ਔਰ ਸੱਚ ਜਾਣਿਓ ਸਭ ਤੋਂ ਵੱਡੀ ਕਿਰਪਾ ਸਾਡੇ ਤੇ ਸਤਿਗੁਰਾਂ ਨੇ ਇਹ ਕਰ ਦਿੱਤੀ, ਬਹੁਤ ਵੱਡੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਸਾਡੇ ਤੇ ਕਿ ਸਾਨੂੰ ਮਨੁੱਖਾ ਜਨਮ ਇਹ ਪ੍ਰਾਪਤ ਹੋ ਗਿਆ। ਕਿਉਂਕਿ 84 ਲੱਖ ਜੂਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਜਿਹੜੀ 84 ਲੱਖ ਜੂਨ ਹੈ ਨਾ, ਇਹਦੇ ਵਿੱਚੋਂ ਮਨੁੱਖ ਨੂੰ ਵਡਿਆਈ ਦਿੱਤੀ। ਕਿਹਦੀ ਵਡਿਆਈ ਦਿੱਤੀ ਹੈ? ਕਿ ਮਾਲਕ ਨੇ ਇਸ ਨੂੰ ਮਨ ਬਖਸ਼ਿਸ਼ ਕੀਤਾ, ਬੁੱਧ ਬਖਸ਼ਿਸ਼ ਕੀਤੀ ਹੈ। ਇਹ ਆਪਣੇ ਹਿੱਤ ਅਨਹਿੱਤ ਦੀ ਵਿਚਾਰ ਕਰ ਸਕਦਾ ਹੈ, ਆਪਣੇ ਬੁਰੇ ਭਲੇ ਦੀ ਸੋਚ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਮਨੁੱਖਾ ਜਨਮ। 184 ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਦੇਖਣ ਕੰਨ ਸੁਣਨ, ਜਿਹਵਾ ਬੋਲਣ ਬਚਨ ਸਨੇਹੀ, ਹੱਥੀਂ ਕਾਰ ਕਮਾਵਣੀ, ਚਰਨੀ ਸਾਧ ਸੰਗਤ ਚੱਲ ਜੇਹੀ। ਜਿਹੜਾ ਆਪ ਜੀ ਕਰ ਰਹੇ ਹੋ, ਹੱਥਾਂ ਨਾਲ ਸੇਵਾ ਕਰਨੀ, ਚਰਨਾਂ ਨਾਲ ਚੱਲ ਕੇ ਗੁਰੂ ਕੀ ਸੰਗਤ ਵਿੱਚ ਆਉਣਾ, ਰਸਨਾ ਤੋਂ ਮਿੱਠੇ ਸ਼ਬਦ ਬੋਲਣੇ, ਕੰਨਾਂ ਨਾਲ ਗੁਰੂ ਕੇ ਸ਼ਬਦ ਸਰਵਣ ਕਰਨੇ, ਇਹ ਮਨੁੱਖਾ ਜਨਮ ਦੀਆਂ ਸਾਨੂੰ ਸਤਿਗੁਰਾਂ ਨੇ ਉੱਤਮ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਮੁਕਤ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਸ੍ਰੀ ਸੁਖਮਨੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਦੇ ਵਿੱਚ 7ਵੀਂ ਇੱਕ ਪੌੜੀ ਉਚਾਰਨ ਕੀਤੀ ਹੈ, ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ 8 ਗੁਣ ਕਹੇ ਨੇ। 8 ਗੁਣ, ਤੇ 8 ਗੁਣ ਜਿਹੜੇ ਜਿਸ ਦੇ ਵਿੱਚ ਹੋਵੇ ਉਸ ਨੂੰ ਕਹਿੰਦੇ ਜੀਵਨ ਮੁਕਤ। ਉਹ ਕਿਹੜੇ ਨੇ? ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਇਹ ਜਿਹਦੇ ਵਿੱਚ ਬਰਾਬਰਤਾ ਦੇ ਵਿੱਚ ਨੇ, ਸੋਨੇ ਤੇ ਮਿੱਟੀ ਨੂੰ ਇੱਕ ਕਰਕੇ ਜਾਣਨਾ, ਮਾਨ ਅਭਿਮਾਨ ਤੋਂ ਪਰੇ ਕਰ ਲੈਣਾ ਆਪਣਾ ਜੀਵਨ। ਇਹ ਨਹੀਂ ਕਿ ਵੈਰਾਗ ਆ ਗਿਆ ਤੇ ਘਰ-ਬਾਰ ਤਿਆਗ ਦਿੱਤਾ। ਮਨ ਵਿੱਚ ਫਿਰ ਲਾਲਚ ਨੇ ਲਹਿਰ ਪੈਦਾ ਕਰ ਦਿੱਤੀ ਤੇ ਉਸ ਲਹਿਰ ਦੇ ਕਾਰਨ ਆਪਣਾ ਵੈਰਾਗ, ਆਪਣਾ ਤਿਆਗ ਸਭ ਕੁਝ ਭੁੱਲ ਗਿਆ। ਗਿਆਨੀ ਜੀ ਬੈਠੇ ਨੇ, ਬੜੇ ਸੁੰਦਰ ਕਥਾਵਾਚਕ ਨੇ। ਭਰਥਰੀ ਦੇ ਬਾਰੇ ਨਾ ਇੱਕ ਗੱਲ ਆਉਂਦੀ ਹੈ ਆਪਣੇ ਵਿਦਾਂਤ ਵਿੱਚ। ਭਰਥਰੀ ਦੇ ਮਨ ਵਿੱਚ ਵਿਚਾਰ ਵੈਰਾਗ ਪੈਦਾ ਹੋ ਗਿਆ, ਤੇ ਜਦੋਂ ਵੈਰਾਗ ਪੈਦਾ ਹੋਇਆ ਭਰਥਰੀ ਦੇ ਮਨ ਵਿੱਚ, ਘਰ ਤਿਆਗ ਦਿੱਤਾ, ਰਾਜ ਤਿਆਗ ਦਿੱਤਾ, ਰਾਣੀਆਂ ਤਿਆਗ ਦਿੱਤੀਆਂ, ਮੰਦਰ ਸੁੰਦਰ ਤਿਆਗ ਦਿੱਤੇ, ਤੇ ਵੈਰਾਗ ਦੇ ਵਿੱਚ ਆ ਕੇ ਆਪਣਾ ਰਾਜ ਛੱਡ ਕੇ ਤੇ ਚੱਲ ਪਿਆ ਬਾਹਰ ਨੂੰ। ਤੇ ਜਦੋਂ ਬਾਹਰ ਤੁਰਿਆ ਜਾ ਰਿਹਾ ਸੀ ਨਾ, ਚੰਦ ਚਾਨਣੀ ਰਾਤ ਸੀ,
ਚੰਦ ਦਾ ਚਮਕਾਰਾ ਜਿਹੜਾ ਸੀ, ਚਮਕ ਸੀ, ਉਹ ਪੈ ਰਹੀ ਸੀ ਧਰਤੀ ਤੇ ਧਰਤੀ ਤੇ ਤੁਰਿਆ ਜਾਂਦਿਆਂ ਰਸਤੇ ਦੇ ਵਿੱਚ ਨਾ ਕਿਸੇ ਪਾਨ ਖਾਣ ਵਾਲੇ ਮਨੁੱਖ ਨੇ ਪਾਨ ਚੱਬ ਕੇ ਤੇ ਆਪਣਾ ਥੁੱਕਿਆ ਹੋਇਆ ਸੀ। ਭਰਤਰੀ ਤੁਰਿਆ ਜਾ ਰਿਹਾ, ਉਹ ਲਾਲ ਰੰਗ ਦਾ ਥੁੱਕ ਦੇਖ ਕੇ ਇਹਦਾ ਵੈਰਾਗ ਕਿਤੇ ਉੱਡ ਗਿਆ। ਵੈਰਾਗ ਵੀ 3 ਪ੍ਰਕਾਰ ਦਾ ਹੈ। ਖੈਰ ਮੇਰੇ ਕੋਲ ਸਮਾਂ ਨਹੀਂ ਕਿ ਇਸ ਦਾ ਆਪਣੇ ਵਿਸਤਾਰ ਕਰਾਂ। ਕੇਵਲ ਟੂਕ ਮਾਤਰ ਬੇਨਤੀ ਕਰ ਰਿਹਾ। ਔਰ ਜਦੋਂ ਉਸਨੇ ਦੇਖਿਆ ਲਾਲ ਰੰਗ ਦੇ ਥੁੱਕ ਨੂੰ ਤੇ ਮਨ ਵਿੱਚ ਇਹ ਵਿਚਾਰ ਆ ਗਿਆ ਕਿ ਮਨਾ, ਇਹ ਤੇ ਬੜਾ ਕੀਮਤੀ ਲਾਲ ਪਿਆ ਹੋਇਆ, ਇਤਨੇ ਆਕਾਰ ਦੇ ਲਾਲ ਦਾ ਤੇ ਬਹੁਤ ਵੱਡੀ ਕੀਮਤ ਹੁੰਦੀ ਹੈ। ਪਰ ਵਿਦਾਂਤ ਲਿਖਦਾ ਹੈ ਕਿ ਜਦੋਂ ਉਸਨੇ ਆਪਣਾ ਹੱਥ ਅੱਗੇ ਵਧਾਇਆ ਨਾ, ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਸੀ ਥੁੱਕ, ਪੀਕ ਸੀ, ਉਹ ਹੱਥ ਲਿਬੜ ਗਏ। ਲਾਨਤਾਂ ਪਾਈਆਂ ਆਪਣੇ ਆਪ ਨੂੰ। ਔਰ ਬੜਾ ਪਿਆਰਾ ਸ਼ਲੋਕ ਲਿਖਿਆ ਵਿਦਵਾਨ ਨੇ। ਉਹ ਕਹਿੰਦਾ ਲਾਲ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ ਰੇਮਨ ਧੋਖੇ ਲਾਲ ਕੇ ਭਰੇ ਪੀਕ ਸੋ ਹਾਥ। ਉਹ ਭਲਿਆ ਰਾਣੀਆਂ 1400 ਰਾਣੀਆਂ ਤਿਆਗ ਦਿੱਤੀਆਂ, ਲਾਲ ਜੜਤ ਮੰਦਰ ਛੱਡ ਕੇ ਆ ਗਏ ਆ, ਰਾਜ ਛੱਡ ਕੇ ਆ ਗਏ ਆ, ਤੇ ਹੁਣ ਤੇਰੇ ਮਨ ਵਿੱਚ ਲੋਭ ਨੇ ਜਨਮ ਧਾਰਨ ਕਰ ਲਿਆ ਤੇ ਉਸ ਲੋਭ ਦਾ ਮਾਰਿਆ ਹੋਇਆ ਆਪਣੇ ਹੱਥ ਵੀ ਲਬੇੜ ਬੈਠਾ। ਇਹ ਤਿਆਗ ਨਹੀਂ ਹੈ, ਇਸ ਨੂੰ ਕਹਿੰਦੇ ਮੰਦ ਵੈਰਾਗ। ਇਹ ਮੰਦ ਵੈਰਾਗ ਕਿਹਾ ਗਿਆ ਕਿ ਮਨ ਨੇ ਵੈਰਾਗ ਨਹੀਂ ਧਾਰਨ ਕੀਤਾ, ਕੇਵਲ ਕਹਿਣ ਮਾਤਰ ਵੈਰਾਗ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਦੇ ਵਿੱਚ 8 ਗੁਣ ਨੇ ਨਾ, ਜੀਵਨ ਮੁਕਤ ਸੋ ਕਹਾਵੈ, ਉਹ ਆਪਣੇ ਆਪ ਨੂੰ ਜੀਵਨ ਮੁਕਤ ਕਹਾ ਸਕਦਾ ਹੈ। ਪਰਿਵਾਰ ਹੈ, ਧੀਆਂ ਪੁੱਤਰ ਹਨ, ਕਾਰੋਬਾਰ ਹੈ, ਸੰਸਾਰ ਵਿੱਚ ਵਿਚਰ ਰਹੇ ਹਾਂ, ਪਰ ਹਮੇਸ਼ਾ ਉਸ ਮਾਲਕ ਦੇ ਨਾਲ ਜੁੜੇ ਹਾਂ। ਇਹ ਪਰਿਵਾਰ ਬੰਧਨ ਤਦੋਂ ਬਣਦਾ ਹੈ ਜਦ ਤੁਸੀਂ ਮਾਲਕ ਨਾਲ ਭੁੱਲ ਜਾਂਦੇ ਆ, ਆਪਣੇ ਪਰਿਵਾਰ ਵਿੱਚ ਖੱਚਤ ਹੋ ਕੇ ਰਹਿ ਜਾਂਦੇ ਆ। ਆ ਜਿਹੜੇ ਹਵਾਈ ਜਹਾਜ਼ ਚੱਲਦੇ ਨੇ ਨਾ, ਇਹਨਾਂ ਵਿੱਚ ਇੱਕ ਕੰਪਾਸ ਦੀ ਸੂਈ ਲੱਗੀ ਹੁੰਦੀ ਹੈ। ਜਿਹੜੇ ਪਾਇਲਟ ਨੇ ਨਾ, ਉਹ ਚਾਹੇ ਕੁਝ ਦੇਖਣ ਨਾ ਦੇਖਣ, ਕੰਪਾਸ ਦੀ ਸੂਈ ਵੱਲੇ ਧਿਆਨ ਰੱਖਦੇ ਨੇ। ਉਹ ਸੂਈ ਉਸ ਨੂੰ ਦਸ਼ਾ ਦਿੰਦੀ ਹੈ ਕਿ ਤੂੰ ਕਿਸ ਪਾਸੇ ਜਾ ਰਿਹਾ, ਕਿਤਨੀ ਉਚਾਈ ਤੇ ਹੈ, ਕਿਹੜੀ ਸਾਈਡ ਹੈ, ਤੂੰ ਕਿਸ ਪਾਸੇ ਜਾਣਾ। ਹਮੇਸ਼ਾ ਉਹਦੀ ਟਿਕਟ ਕੀ ਉਸ ਕੰਪਾਸ ਦੀ ਸੂਈ ਤੇ ਲੱਗੀ ਹੋਈ ਹੈ। ਜਹਾਜ਼ ਚੱਲ ਰਿਹਾ, 200-400 100 ਸਵਾਰੀਆਂ ਹੁੰਦੀਆਂ ਨੇ, ਸਾਰਿਆਂ ਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ। ਗੁਰੂ ਕਿਹਾ ਸਿੱਖਾ ਕਿ ਪ੍ਰਮਾਤਮਾ ਦਾ ਨਾਮ ਇੱਕ ਕੰਪਾਸ ਦੀ ਸੂਈ ਹੈ, ਪਰਮੇਸ਼ਰ ਦਾ ਨਾਮ ਕੰਪਾਸ ਦੀ ਸੂਈ ਹੈ। ਤੂੰ ਕਮਾਈ ਕਰ, ਤੇਰਾ ਪਰਿਵਾਰ ਹੋਵੇ, ਤੇਰਾ ਕਾਰੋਬਾਰ ਹੋਵੇ, ਪਰ ਤੇਰਾ ਧਿਆਨ ਨਿਰੰਕਾਰ ਦੇ ਨਾਲ ਹੋਵੇ, ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਵੇ। ਜਦੋਂ ਨਾਮ ਦੇ ਨਾਲ ਜੁੜਿਆ ਹੋਵੇਗਾ ਨਾ, ਤੇਰਾ ਦੁਕਾਨ ਤੇ ਬੈਠਣਾ ਵੀ ਬੰਦਗੀ ਬਣ ਜਾਏਗਾ, ਤੇਰਾ ਪਰਿਵਾਰ ਵਿੱਚ ਬੈਠਣਾ ਵੀ ਸਿਮਰਨ ਬਣ ਜਾਏਗਾ, ਕਿਉਂਕਿ ਤੇਰਾ ਧਿਆਨ ਨਿਰੰਕਾਰ ਦੇ ਨਾਲ ਹੈ। ਇਸ ਲਈ ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਨਾਮ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰ, ਪਰ ਆਪਣਾ ਚਿੱਤ ਜਿਹੜਾ ਹੈ ਨਾ, ਉਹ ਨਿਰੰਜਨ ਪ੍ਰਮਾਤਮਾ ਦੇ ਨਾਲ ਜੋੜ। ਇਹ ਪਰਿਵਾਰ ਤੇਰਾ ਬੰਧਨ ਨਹੀਂ ਬਣੇਗਾ, ਕਾਰੋਬਾਰ ਬੰਧਨ ਨਹੀਂ ਬਣੇਗਾ, ਇਹ ਤੇ ਤੇਰੀ ਉਪਜੀਵਕਾ ਦਾ ਸਾਧਨ ਬਣ ਜਾਏਗਾ। ਇਹ ਪਰਿਵਾਰ ਵੀ ਤੇਰਾ ਨਾਲ ਜਿਹੜਾ ਸੰਯੋਗ ਬਣ ਜਾਏਗਾ, ਉਸ ਨੂੰ ਕਹਿੰਦੇ ਜੀਵਨ ਮੁਕਤ। ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ ਮਨੁੱਖ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦਾ ਭਗਵੰਤ। ਬਿਲਕੁਲ ਸਪਸ਼ਟ ਗੁਰੂ ਦੇ ਸ਼ਬਦ ਨੇ।
ਕਿ ਜਿਹਦੇ ਹਿਰਦੇ ਵਿੱਚ ਭਗਵੰਤ ਹੈ ਨਾ, ਉਹ ਭਾਵੇਂ ਕਿੰਨੀ ਉੱਚੀ ਕੁਲ ਵਾਲਾ ਹੋਵੇ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਅਮੀਰ ਨਾਮ ਨਹੀਂ ਜਪਦਾ, ਕਈ ਵਾਰੀ ਕਹਿੰਦੇ ਆ ਨਾ ਕਿ ਅਮੀਰ ਬੰਦਾ ਨਾਮ ਨਹੀਂ ਜਪਦਾ, ਪਰ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਐਸੇ ਐਸੇ ਅਮੀਰ ਦੇਖੇ ਨੇ, ਅੰਮ੍ਰਿਤ ਵੇਲੇ 1 ਵਜੇ ਜਾਗ ਕੇ ਕੇਸੀ ਇਸ਼ਨਾਨ ਕਰਕੇ ਨਿਤਨੇਮ ਕਰਨਾ 5 ਬਾਣੀਆਂ ਦਾ, ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ, ਫਿਰ ਆਸਾ ਜੀ ਦੀ ਵਾਰ ਦਾ ਪਾਠ ਕਰਨਾ, ਤੇ ਅਮੀਰੀ ਵੀ ਬਹੁਤ ਹੈ, ਕਿਉਂਕਿ ਮਾਲਕ ਦੇ ਨਾਲ ਧਿਆਨ ਜੁੜਿਆ ਹੋਇਆ ਹੈ। ਤੇ ਇਹ ਦਾਤ ਸਭ ਤੇਰੀ, ਇਹ ਪੇ ਦਾਤ ਤੇਰੀ ਦਾਤਾਰ। ਉਹ ਸਮਝਦੀ ਐ ਮੇਰੇ ਮਾਲਕ, ਇਹ ਦਾਤ ਤੇਰੀ ਹੈ। ਇਸ ਕਰਕੇ ਉਹ ਦਾਤਾਂ ਵਿੱਚ ਰਹਿੰਦਾ ਹੋਇਆ ਵੀ ਮੁਕਤ ਬਣ ਜਾਂਦਾ ਹੈ। ਵਧੇ ਮੁਕਤ ਉਸ ਨੂੰ ਕਹਿੰਦੇ, ਦੇਹੀ ਗੁਪਤ ਬਦੇਹੀ ਦੀਸੈ। ਦੇਹ ਦੇ ਹੁੰਦਿਆਂ ਸਾਧਨ ਕਰਕੇ, ਸਿਮਰਨ ਕਰਕੇ ਮੁਕਤੀ ਦੇ ਅਧਿਕਾਰੀ ਬਣ ਜਾਣ। ਕਈ ਵਾਰੀ ਅਸੀਂ ਇਹ ਗੱਲ ਕਰਦੇ ਹਾਂ ਜੀ, ਮੁਕਤੀ ਜੀਵਨ ਤੋਂ ਮੌਤ ਤੋਂ ਬਾਅਦ ਮਿਲਦੀ ਹੈ, ਤੇ ਭਗਤ ਜੀ ਕਹਿੰਦੇ ਉਹ ਮੁਕਤੀ ਕਿਸ ਵਾਸਤੇ ਹੈ, ਉਹ ਮੁਕਤੀ ਦਾ ਕੀ ਕੰਮ ਹੈ। ਮਰਨ ਮੁਕਤ ਮਰਨ ਤੋਂ ਬਾਅਦ ਜਿਹੜੀ ਮੁਕਤੀ ਮਿਲਣੀ, ਉਹ ਕਿਸ ਵਾਸਤੇ ਹੈ, ਕਾਹਦੇ ਵਾਸਤੇ ਹੈ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਇਹ ਤਾਂ ਸਰੀਰ ਵਿੱਚ ਹੁੰਦਿਆਂ ਮੁਕਤੀ ਮਿਲ ਜਾਏ। ਜਦੋਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਨਾ, ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤਮਈ ਬਾਣੀ ਲਿਖਵਾਈ, ਬਾਬਾ ਦੀਪ ਸਿੰਘ ਜੀ ਸਹਾਇਕ ਅੱਡਣ ਸ਼ਾਹੀਆਂ ਜੀ ਸਹਾਈ ਬਣਾ ਕੇ ਦਿੰਦੇ ਨੇ। ਇਤਿਹਾਸਕਾਰ ਲਿਖਦੇ 48 ਸਿੰਘਾਂ ਨੇ ਅਰਥ ਸੁਣੇ, ਬਾਣੀ ਸੁਣੀ, ਤੇ ਸਾਰੇ ਵਧੇ ਮੁਕਤ ਹੋ ਗਏ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤੇ ਭਾਈ ਮਨੀ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਇਹ ਜੋ ਅਰਥ ਹੈ, ਇਹ ਸੰਗਤਾਂ ਵਿੱਚ ਪ੍ਰਚਾਰਨੇ ਨੇ, ਸੰਗਤਾਂ ਨੂੰ ਅਰਥ ਪੜਾਉਣੇ ਨੇ। ਤੇ ਇਸੇ ਕਰਕੇ ਇਹ ਟਕਸਾਲਾਂ ਚੱਲਦੀਆਂ ਨੇ ਨਾ, ਭਾਈ ਮਨੀ ਸਿੰਘ ਜੀ ਦੀ ਟਕਸਾਲ, ਬਾਬਾ ਦੀਪ ਸਿੰਘ ਜੀ ਦੀ ਟਕਸਾਲ, ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਮੇਰੇ ਦਾਤਾਰ ਪਾਤਸ਼ਾਹ ਜੀਓ, ਸਾਨੂੰ ਤੇ ਬਹੁਤ ਆਨੰਦ ਬਣ ਰਿਹਾ ਹੈ, ਅਸੀਂ ਤੇ ਵਧੇ ਮੁਕਤ ਹੋਏ ਆ, ਇਹ ਆਨੰਦ ਵਿੱਚੋਂ ਅਸੀਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ, ਤੁਹਾਡਾ ਸੀਸ ਤੇ ਲੈ ਸਕਦਾ ਹੈ, ਪਰ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪੈ ਸਕਦਾ, ਇਹ ਵਧੇ ਮੁਕਤ ਹੈ। ਭਾਈ ਮਨੀ ਸਿੰਘ ਜੀ ਨੂੰ ਬਚਨ ਕਹੇ, ਤੁਹਾਡਾ ਬੰਦ ਕੱਟਿਆ ਜਾ ਸਕਦਾ ਹੈ, ਪਰ ਇਸ ਆਨੰਦ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ ਪਵੇਗਾ। ਨਿਤ ਮੁਕਤ ਹੁੰਦੇ ਨੇ ਮਨੁੱਖ। ਜਿਸ ਤਰ੍ਹਾਂ ਇਸ ਸਰੀਰ ਵਿੱਚ ਵਿਚਰਦਿਆਂ ਹੋਇਆਂ ਨਾ, ਸੰਸਾਰ ਵਿੱਚ ਵਿਚਰਦਿਆਂ ਹੋਇਆਂ ਰਸਨਾ ਦੇ ਉੱਤੇ ਹਮੇਸ਼ਾ ਪਰਮਾਤਮਾ ਦਾ ਨਾਮ ਰਹਿਣਾ। ਉਠਤ ਬੈਠਤ ਸੋਵਤ ਨਾਮ, ਕਉ ਨਾਨਕ ਜਨ ਕੈ ਸਦਕਾਮ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ, ਸਿੱਖਾ, ਜੇ ਤੂੰ ਤੁਰਦਾ ਫਿਰਦਾ ਤਾਂ ਵੀ ਨਾਮ ਜਪਿਆ ਕਰ, ਜਦੋਂ ਬੈਠਾ ਹੋਇਆ ਤੈਨੂੰ ਸਮਾਂ ਤੇ ਨਾਮ ਜਪਿਆ ਕਰ, ਵਾਧੂ ਗੱਲਾਂ ਨਹੀਂ ਕਰਨੀਆਂ ਹਨ। ਔਰ ਆਮ ਜੋ ਵਿਦਵਾਨਾਂ ਨੇ ਮੁਕਤੀ ਦੀ ਗੱਲ ਕੀਤੀ ਹੈ ਨਾ, ਉਹ ਸਰੂਪ, ਸਮੀਪ, ਸਯੁਜ ਤੇ ਸਲੋਕ ਮੁਕਤੀ ਹੈ। 4 ਪ੍ਰਕਾਰ ਦੀਆਂ ਮੁਕਤੀਆਂ ਨੇ। ਜਿਸ ਦੀ ਉਪਾਸਨਾ ਕਰਨੀ, ਉਹਦਾ ਹੀ ਸਰੂਪ ਹੋ ਜਾਣਾ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਉਦਾਹਰਣ ਬਖਸ਼ਿਸ਼ ਕੀਤੀ ਨਾ, ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੋ ਮਹਾਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ ਨਾ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਕਹਿੰਦੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਸਤਿਗੁਰੂ ਜਾਣਦੇ ਜਾਂ ਕਵੀ ਸੰਤੋਖ ਸਿੰਘ ਜੀ ਨੂੰ ਪਤਾ ਹੈ, ਕਹਿੰਦੇ ਨਾਰਦ ਮੁਨੀ ਨੇ ਨਾ ਖੰਭ ਲਿਆ ਕੇ ਭੇਟ ਕਰ ਦਿੱਤੇ,
ਇੱਕ ਜਾਨਵਰ ਦੇ ਖੰਭ ਲਿਆ ਕੇ ਭੇਟਾ ਕੀਤੇ, ਕਿਉਂਕਿ ਇਤਿਹਾਸਕਾਰਾਂ ਦਾ, ਵਿਦਵਾਨਾਂ ਦਾ ਕਥਨ ਹੈ, ਰੀਤੇ ਕਰਨੈ ਦਰਸ਼ਨ ਕਰਹੀ, ਕਿ ਖਾਲੀ ਹੱਥ ਦਰਸ਼ਨ ਨਹੀਂ ਕਰਨੇ, ਭਾਵੇਂ ਫੁੱਲ ਗੁਰੂ ਨੂੰ ਭੇਟਾ ਕਰ ਦੇਵੇ, ਭਾਵੇਂ ਅੱਧੀ ਕੌਡੀ ਭੇਟਾ ਕਰ ਦੇਵੇ, ਸ਼ਰਧਾ ਭੇਟਾ ਕਰਨੀ ਗੁਰੂ ਦੇ ਚਰਨਾਂ ਵਿੱਚ। ਤੇ ਜਦੋਂ ਖੰਭ ਭੇਟਾ ਕੀਤੇ ਨਾ ਪਾਤਸ਼ਾਹ ਜੀ ਨੂੰ, ਤੇ ਸਤਿਗੁਰਾਂ ਨੇ ਉਹ ਖੰਭ ਤੀਰਾਂ ਦੇ ਨਾਲ ਜੁੜਵਾ ਦਿੱਤੇ। ਤੇ ਜਦੋਂ ਤੀਰਾਂ ਨਾਲ ਖੰਭ ਜੁੜਵਾ ਦਿੱਤੇ, ਪਾਤਸ਼ਾਹ ਦੇ ਕੋਲ ਮਿਸਤਰੀ ਲੈ ਕੇ ਆ ਗਿਆ। ਸਤਿਗੁਰਾਂ ਨੇ ਉਹ ਤੀਰ ਚਲਾ ਦਿੱਤੇ। ਸਿੱਖਾਂ ਨੂੰ ਹੁਕਮ ਕੀਤਾ ਹੈ, ਕਹਿੰਦੇ ਤੀਰ ਲੱਭ ਕੇ ਲਿਆਓ। ਸਿੱਖ ਤੀਰ ਲੱਭਣ ਵਾਸਤੇ ਚਲੇ ਗਏ। ਲੱਭਦਿਆਂ ਲੱਭਦਿਆਂ ਸ਼ਾਮਾਂ ਪੈ ਗਈਆਂ, ਤੀਰ ਨਹੀਂ ਮਿਲੇ। ਤੀਰ ਨਹੀਂ ਮਿਲੇ ਸਿੱਖਾਂ ਨੂੰ। ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਕਹਿਣ ਲੱਗੇ, ਪਾਤਸ਼ਾਹ ਜੀ ਤੀਰ ਤੇ ਸਾਨੂੰ ਕਿਤੇ ਪ੍ਰਾਪਤ ਨਹੀਂ ਹੋਏ। ਸਾਹਿਬ ਕਹਿੰਦੇ ਹੋਣੇ ਵੀ ਨਹੀਂ ਸੀ। ਮਹਾਰਾਜ ਜੇ ਹੋਣੇ ਹੀ ਨਹੀਂ ਸੀ ਤੇ ਸਾਨੂੰ ਕਾਹਨੂੰ ਭੇਜਣਾ ਸੀ ਲੱਭਣ ਵਾਸਤੇ? ਉਹ ਤੇ ਲੱਭਣਾ ਹੀ ਨਹੀਂ ਸੀ। ਪਰ ਪਾਤਸ਼ਾਹ ਜੀ ਮਿਲਣੇ ਕਿਉਂ ਨਹੀਂ ਸੀ, ਲੱਭਣੇ ਕਿਉਂ ਨਹੀਂ ਸੀ? ਕਹਿਣ ਲੱਗੇ, ਇਹ ਜਿਸ ਪੰਛੀ ਦੇ ਖੰਭ ਨੇ ਨਾ, ਉਹ ਖੰਭ ਉਸੇ ਦੇਸ਼ ਵਿੱਚ ਚਲੇ ਗਏ ਜਿਹੜੇ ਦੇਸ਼ ਵਿੱਚ ਪੰਛੀ ਰਹਿੰਦਾ। ਇਤਿਹਾਸਕਾਰਾਂ ਨੇ ਅਨਲ ਪੰਛੀ ਕਿਹਾ ਉਸ ਨੂੰ, ਕਿ ਅਨਲ ਪੰਛੀ ਦੇ ਖੰਭ ਨੇ। ਇਹ ਕਹਿੰਦੇ ਜ਼ਮੀਨ ਤੇ ਨਹੀਂ ਆਉਂਦਾ, ਆਕਾਸ਼ ਵਿੱਚ ਰਹਿੰਦਾ ਹੈ। ਤੇ ਕਹਿਣ ਲੱਗੇ, ਪਾਤਸ਼ਾਹ ਉਹਦੇ ਦੇਸ਼ ਵਿੱਚ ਚਲੇ ਗਏ ਨੇ। ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਨਾ, ਜਿਹੜੇ ਦੇਸ਼ ਵਿੱਚੋਂ ਬਾਣੀ ਆਈ ਹੈ, ਜਿਹੜਾ ਵੀ ਬਾਣੀ ਦੇ ਨਾਲ ਜੁੜ ਜਾਂਦਾ ਹੈ ਸਿੱਖ, ਬਾਣੀ ਉਸ ਨੂੰ ਆਪਣੇ ਦੇਸ਼ ਵਿੱਚ ਲੈ ਜਾਂਦੀ ਹੈ। ਕਿਉਂਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜਿਹੜੇ ਦੇਸ਼ ਦੀ, ਜਿਹੜੇ ਗੁਰੂ ਦੀ ਬਾਣੀ, ਪ੍ਰਭੂ ਨਿਰੰਕਾਰ ਦੀ ਬਾਣੀ, ਬਾਣੀ ਪੜਨ ਵਾਲੇ ਨੂੰ ਉਸੇ ਦੇਸ਼ ਵਿੱਚ ਲੈ ਜਾਂਦੀ ਹੈ, ਉਸੇ ਦੇਸ਼ ਦੀ ਅਭੇਦਤਾ ਕਰਵਾ ਦਿੰਦੀ ਹੈ। ਔਰ ਇਸ ਨੂੰ ਕਹਿੰਦੇ ਸਤਿਗੁਰੂ ਪਾਤਸ਼ਾਹ ਸਰੂਪ ਮੁਕਤੀ। ਸਲੋਕ ਉਸ ਲੋਕ ਦੀ ਪ੍ਰਾਪਤੀ ਹੋ ਜਾਣੀ, ਸਾਯੁਜ ਉਸ ਦੇ ਨਾਲ ਮਿਲਾਪ ਹੋ ਜਾਣਾ, ਤੇ ਅਖੀਰ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦਾ ਹੀ ਰੂਪ ਹੋ ਜਾਣਾ। ਗੁਰ ਸਿੱਖ ਗੁਰੂ ਹੈ ਏਕੋ, ਗੁਰ ਉਪਦੇਸ਼ ਚਲਾਏ। ਇਸ ਲਈ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਪਿਤਾ ਜੀ ਕਹਿੰਦੇ, ਮਾਲਿਕ ਮੈਨੂੰ ਉਹਨਾਂ ਬੰਧਨਾਂ ਤੋਂ ਰਹਿਤ ਕਰਨਾ ਹੈ, ਜਿਨ੍ਹਾਂ ਬੰਧਨਾਂ ਵਿੱਚ ਸੰਸਾਰੀ ਜੀਵ ਫਸ ਕੇ ਨਾ ਆਪਾ ਭੁੱਲ ਜਾਂਦਾ ਹੈ। ਮਾਇਆ ਵਿੱਚ ਐਸਾ ਖਚਤ ਹੋ ਜਾਂਦਾ ਹੈ ਕਿ ਮਾਇਆ ਦੇ ਮਾਲਿਕ ਨੂੰ, ਪਤੀ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਰ ਮਾਲਿਕ ਜੋ ਸਤਿਗੁਰੂ ਹੈ ਉਸ ਨੂੰ ਭੁੱਲ ਜਾਂਦਾ ਹੈ। ਤੇ ਕਰਨਾ ਕੀ ਹੈ ਕਿ ਮੇਰੇ ਮਾਲਿਕ ਮੈਨੂੰ ਇਹਨਾਂ ਬੰਧਨਾਂ ਤੋਂ ਛੁਟਕਾਰਾ ਖਵਾ ਕੇ ਗੁਰ ਸਤਿਗੁਰ ਸੇਵਾ ਲਾਏ, ਹਰ ਹਮ ਕਾਮ। ਇਹ ਹਰੀ ਪ੍ਰਭੂ ਮੈਨੂੰ ਪਰਮਾਤਮਾ ਦੇ ਕੰਮ ਵਿੱਚ, ਮਾਲਿਕ ਦੇ ਕੰਮ ਵਿੱਚ, ਕਿਹੜਾ ਕੰਮ? ਹਰ ਸੇਵਾ, ਗੁਰੂ ਦੀ ਸੇਵਾ ਵਿੱਚ ਲਾਉਣਾ ਕਰ ਮੈਨੂੰ। ਤੇ ਜਦੋਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਤੇ ਸਰਵਣ ਕਰਦੇ ਹਨ, ਕਿਤਨੀ ਸੇਵਾ ਦੀ ਲਗਨ ਹੈ। ਸਮਾਂ ਸਮਾਪਤ ਹੋ ਰਿਹਾ, ਦਾਸ ਬਹੁਤਾ ਅੱਗੇ ਨਾ ਜਾਏ, ਸਮੇਂ ਵਿੱਚ ਸਮਾਪਤੀ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤਨੀ ਮਹਾਨ ਸੇਵਾ ਕਰਦੇ ਨੇ। ਇੱਕ ਦਿਨ ਨਾ ਦੀਵਾਨ ਸਜਿਆ ਹੋਇਆ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਸੁਸ਼ੋਭਿਤ ਮਾਨ ਨੇ। ਗੁਰਤਾ ਗੱਦੀ ਤੇ ਸੁਭਾਏ ਮਾਨ ਨੇ ਦਾਤਾਰ ਪਿਤਾ ਜੀ। ਬੇਅੰਤ ਸੰਗਤਾਂ ਸੱਜ ਬੈਠੀਆਂ, ਜਿਵੇਂ ਆਪ ਜੀ ਸੱਜ ਬੈਠੇ ਹੋ। ਤੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹਜ਼ੂਰੀ ਸੇਵਕ ਨੂੰ, ਆਪਣੇ ਹਜ਼ੂਰੀ ਸੇਵਕ ਭਾਈ ਬੱਲੂ, ਜਿਸ ਦਾ ਨਾਮ ਇਤਿਹਾਸ ਨੇ ਕਿਹਾ, ਕਹਿਣ ਲੱਗੇ, ਬੱਲੂ ਭਈ ਰਾਮਦਾਸ ਨੂੰ ਦੇਖਿਆ ਨਹੀਂ,
ਕਈ ਦਿਨ ਹੋ ਗਏ ਸੰਗਤ ਵਿੱਚ ਨਹੀਂ ਆਇਆ ਏ, ਕਈ ਦਿਨ ਹੋ ਗਏ ਉਸ ਨੂੰ ਦੇਖਿਆ ਨਹੀਂ, ਦਰਸ਼ਨ ਨਹੀਂ ਹੋਏ, ਨਾ ਦਰਸ਼ਨ ਕਰਨ ਵਾਸਤੇ ਆਇਆ ਏ। ਕਿੱਥੇ ਹੈ? ਤੇ ਭਾਈ ਬੱਲੂ ਕਹਿਣ ਲੱਗੇ, ਪਾਤਸ਼ਾਹ ਉਹ ਗਿਆ ਕਿਤੇ ਵੀ ਨਹੀਂ ਹੈ। ਫਿਰ ਜੇ ਕਿਤੇ ਗਿਆ ਨਹੀਂ ਤੇ ਫਿਰ ਆਇਆ ਕਿਉਂ ਨਹੀਂ? ਤੇ ਮਹਾਕਵੀ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ। ਕਹਿਣ ਲੱਗੇ, ਸਾਹਿਬ ਜੀਓ, ਉਹ ਆਈ ਹੋਈ ਸੰਗਤ ਨੂੰ ਨਿਤਾ ਪ੍ਰਤੀ ਲੰਗਰ ਤਿਆਰ ਕਰਕੇ ਛਕਾਉਂਦਾ ਹੈ। ਸੀਤਲ ਜਲ ਭਰ ਭਰ ਕੇ ਲਿਆਵੇ, ਬੂਝ ਬੂਝ ਕਰ ਸਭਨ ਛਕਾਵੇ, ਕਰਮੇ ਲੈ ਬੀਂਜਨਾ ਫੇਰ, ਕਰੇ ਉਸੰਤ ਕਰੇ ਬੀਂਜਨਾ ਉਸਤਤ ਹੇਰ। ਪਾਤਸ਼ਾਹ ਜੀ ਹੱਥ ਵਿੱਚ ਪੱਖਾ ਲੈ ਕੇ ਫੇਰਦਾ ਹੈ, ਸੰਗਤਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦਾ ਹੈ, ਤੇ ਠੰਡਾ ਜਲ ਲਿਆ ਲਿਆ ਕੇ ਸੰਗਤਾਂ ਦੀ ਸੇਵਾ ਕਰਦਾ ਹੈ। ਇਤਨੀ ਸੇਵਾ ਉਹਨਾਂ ਦੇ ਜੀਵਨ ਵਿੱਚ ਹੈ, ਕਿਉਂਕਿ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਵੀ ਜੀਵ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਦਾ ਹੈ ਨਾ, ਉਸ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸੀਂ ਵੀ ਸੇਵਾ ਕਰਦੇ ਹਾਂ, ਪਰ ਸਾਡੇ ਸੇਵਾ ਕਰਨ ਦੇ ਵਿੱਚ ਅੰਤਰ ਹੈ, ਕਿਉਂਕਿ ਅਸੀਂ ਗੁਰੂ ਦੇ ਅੱਗੇ ਮੰਗ ਪਹਿਲੋਂ ਰੱਖਦੇ ਹਾਂ ਤੇ ਸੇਵਾ ਬਾਅਦ ਵਿੱਚ ਕਰਦੇ ਹਾਂ। ਮਹਾਂਪੁਰਸ਼ ਕਿਆ ਕਰਦੇ ਸਨ, ਸੇਵਾ ਥੋਰੀ ਮੰਗਨ ਬਹੁਤਾ, ਮਹਿਲ ਨ ਪਾਵੇ ਕਹਿ ਤੋ ਬਹੁਤਾ। ਵੀ ਸੇਵਾ ਥੋੜੀ ਕਰਨੀ ਤੇ ਮੰਗ ਬਹੁਤ ਵੱਡੀ ਰੱਖ ਲੈਣੀ, ਫਿਰ ਮਹਿਲ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਗੁਰੂ ਦੀ ਅਸੀਸ ਨਹੀਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਿੱਖ ਨੇ ਗੁਰੂ ਚਰਨਾਂ ਵਿੱਚ ਨਾ ਅਰਦਾਸ ਕਰਨੀ ਹੈ। ਆਪਣੀ ਸਿਆਣਪ, ਆਪਣੀ ਅਕਲ, ਆਪਣੀ ਵਡਿਆਈ ਕਦੇ ਵੀ ਗੁਰੂ ਦੇ ਅੱਗੇ ਅਸੀਂ ਨਹੀਂ ਜ਼ਾਹਰ ਕਰਨੀ, ਕਿਉਂਕਿ ਇੱਥੇ ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈਆ। ਇਹ ਕਿਸੇ ਕੰਮ ਨਹੀਂ ਆਉਂਦੀਆਂ ਹਨ। ਇੱਥੇ ਤਾਂ ਨਾਲ ਖਸਮ ਦੇ ਅਰਦਾਸ ਚੱਲਦੀ ਹੈ, ਮਾਲਕ ਦੇ ਅੱਗੇ ਬੇਨਤੀ ਚੱਲਦੀ ਹੈ, ਤੇ ਜੋ ਬੇਨਤੀ ਕਰਦੇ ਨੇ ਸਤਿਗੁਰੂ ਉਹਨਾਂ ਦੇ ਉੱਤੇ ਰਹਿਮ ਕੀਜੈ ਮੇਰੇ ਰਾਮ। ਅਸੀਂ ਬੇਸਮਝ ਹਾਂ, ਆਤਮਿਕ ਅਗਿਆਨਤਾ ਦੇ ਵਿੱਚ ਖੱਚਤ ਹੋਏ ਆ, ਵਿਵੇਕ ਬੁੱਧ ਨਹੀਂ ਸਾਡੇ ਪਾਸ, ਤੇ ਆਪ ਜੀ ਨੇ ਕਿਰਪਾ ਕਰਕੇ ਰਹਿਮਤ ਕਰਕੇ ਸਾਡੇ ਤੇ ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਵਾ ਦੇਣਾ। ਸੰਸਾਰ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ। ਤੇ ਜਦੋਂ ਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿੰਦਾ ਹੈ ਨਾ, ਉਹ ਲੋਕ ਤੇ ਪਰਲੋਕ ਵਿੱਚ ਆਪਣਾ ਜੀਵਨ ਸਫਲ ਕਰ ਲੈਂਦਾ ਹੈ। ਲੋਕ ਸੁਖੀ, ਪਰਲੋਕ ਸੁਹੇਲਾ ਹੋ ਜਾਂਦਾ ਹੈ। ਦਾਣਾ ਕਿੱਲੀ ਨਾਲ ਲੱਗ ਕੇ ਹਮੇਸ਼ਾ ਬਚਿਆ ਰਹਿੰਦਾ ਹੈ, ਤੇ ਸਿੱਖ ਬਾਣੀ ਨਾਲ ਲੱਗ ਕੇ ਬਚਿਆ ਰਹਿੰਦਾ ਹੈ। ਔਰ ਇਸ ਲਈ ਨਿਤਨੇਮ ਕਰਨਾ, ਬੱਚਿਆਂ ਨੂੰ ਵੀ ਨਿਤਨੇਮ ਦੇ ਨਾਲ ਜੋੜਨਾ, ਔਰ ਆਪਣੇ ਪਰਿਵਾਰਾਂ ਨੂੰ ਇਸ ਤਰ੍ਹਾਂ ਦੇ ਨਾਲ ਗੁਰੂ ਨਾਲ ਜੋੜਨਾ ਹੈ ਕਿ ਸਾਡੇ ਘਰ, ਸਾਡੇ ਪਰਿਵਾਰ ਜਿਹੜੇ ਨੇ ਨਾ, ਉਹ ਇੱਕ ਸਤ ਸੰਗਤ ਦਾ ਘਰ ਬਣ ਜਾਣ। ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ ਨਾ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਵੀ ਸਿੱਖ ਦਾ ਘਰ ਤੇ ਧਰਮਸਾਲ ਬਣ ਜਾਣਾ ਚਾਹੀਦਾ। ਧਰਮਸਾਲ ਉਹੀ ਜਿੱਥੇ ਧਰਮ ਦੀ ਗੱਲ ਹੁੰਦੀ ਹੈ, ਜਿੱਥੇ ਅਸੀਂ ਧਰਮ ਦੇ ਨਾਲ ਜੁੜਦੇ ਹਾਂ। ਇਸ ਲਈ ਪਾਤਸ਼ਾਹ ਗੁਰੂ ਰਾਮਦਾਸ ਪਿਤਾ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਹੈ ਕਿ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਨਿਮਰਤਾ ਦੇ ਵਿੱਚ, ਆਜ਼ਦੀ ਦੇ ਵਿੱਚ ਹੋ ਕੇ ਜੋਦੜੀ ਕਰਨੀ, ਅਰਦਾਸ ਕਰਨੀ ਕਿ ਪਾਤਸ਼ਾਹ ਜੀ ਸਾਨੂੰ ਬੇਸਮਝਾਂ ਨੂੰ, ਮੂਰਖਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰਵਾ ਕੇ ਆਪਣੇ ਚਰਨਾਂ ਦੀ ਅਭੇਦਤਾ ਬਖਸ਼ਿਸ਼ ਕਰਨੀ। ਇਤਨੇ ਸ਼ਬਦ ਪ੍ਰਵਾਨ ਕਰਨੇ।
गुरु के हजूरी कीर्तनीए। पहले दरबार साहब हाजरी भरी, हुण आप संगतां नूं अमृतमय बाणी सरवण करवाउण वास्ते गुरु हजूर हाजिर हो चुके ने। आप जी ने प्यार नाल सरवण करना, दास दियां होईयां भुल्लां ना चितारनियां, प्यार विच भिज के बुलाओ जी। वाहिगुरु जी का खालसा, वाहिगुरु जी की फतेह।